ਆ ਦਵਾਈ ਆ ਕੈਂਸਰ ਦੀ। ਸਾਡੇ ਇੱਕ ਪੇਸ਼ੈਂਟ ਆ ਕੈਂਸਰ ਦੇ ਉੱਪਰ ਲਿਖਿਆ ਹੋਇਆ ਪੰਜਾਬ ਗਵਰਨਮੈਂਟ ਸਪਲਾਈ ਨਾਟ ਫॉर ਸੇਲ। ਸੋ ਇਸ ਹਸਪੀਟਲ ਦੇ ਵਿੱਚ ਵਿਦ ਬਿੱਲ ਇਹ ਦਵਾਈ ਅਸੀਂ ਲਈ ਹੋਈ ਆ, ਜਿਹਦੀ ਅਸੀਂ ਬਾਹਰ ਆ ਕੇ ਜਦੋਂ ਚੈੱਕ ਕੀਤਾ ਵੀ ਇਹਦਾ ਸਪਲਾਈ ਜਿਹੜੀ ਪੰਜਾਬ ਸਰਕਾਰ ਦੀ ਫ੍ਰੀ ਆਫ ਕਾਸਟ ਆ, ਜਿਹੜੀ ਲਾਗਤ ਸਾਨੂੰ 5500 5,500 ਦੇ ਕਰੀਬ ਪਈ ਆ। ਬਾਕੀ ਅਸੀਂ ਰਿਟਨ ਕੰਪਲੇਂਟ ਕੀਤੀ ਆ, ਸਾਰੀ ਫਾਈਲ ਸਾਡੇ ਕੋਲ ਆ, ਇਹਦੇ ਸਾਰੇ ਬਿੱਲ ਦਿੱਤੇ ਹੋਏ ਆ ਵੀ ਸਾਨੂੰ ਇਹ ਕਿੰਨੇ ਦੀ ਮਿਲੀ ਹੋਈ ਆ। ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹਦੇ ਵਿੱਚ ਕੋਈ ਇਹਨਾਂ ਦਾ ਮਿਸਚੀਵੀਅਸ ਮੋਟਿਵ ਦੇ ਨਾਲ ਕੀਤੀ ਗਈ ਹੈ, ਕਿਉਂਕਿ ਇਹ ਪੁਰਾਣਾ ਪੇਸ਼ੈਂਟ ਹੈਗਾ, ਪਹਿਲੀ ਵਾਰੀ ਮੈਡੀਸਨ ਲੈ ਕੇ ਨਹੀਂ ਗਏ ਔਰ ਇਹਨਾਂ ਨੇ ਮਤਲਬ ਪਹਿਲੇ ਮੈਡੀਸਨ ਲੈ ਕੇ ਸਾਰੇ ਤੱਥ ਜਾਣਦੇ ਹੋਏ ਵੀ, ਸਾਰਾ ਦੇਖਦੇ ਹੋਏ ਵੀ ਫਿਰ ਵੀ ਇਹਨਾਂ ਨੇ ਇਹੋ ਜੀ ਮਤਲਬ ਕੰਪਲੇਂਟ ਜਿਹੜੀ ਆ ਉਹਦਾ ਇਸ਼ੂ ਬਣਾ ਕੇ ਇਹਨੂੰ ਛਾਲਿਆ ਜਾ ਰਿਹਾ। ਡਰੱਗ ਇੰਸਪੈਕਟਰ ਜਿਹੜੇ ਉਸ ਵੇਲੇ ਇੱਥੇ ਆ ਗਏ, ਆ ਕੇ ਉਹਨਾਂ ਨੇ ਇੱਥੇ ਜਦੋਂ ਦੱਸਿਆ ਕਿ ਵੀ ਸਾਨੂੰ ਇਸ ਤਰ੍ਹਾਂ ਕੰਪਲੇਂਟ ਆਈ ਆ, ਅਸੀਂ ਉਹਨਾਂ ਨੂੰ ਸਾਰੇ ਡਾਕੂਮੈਂਟਸ ਉਹਨਾਂ ਦੇ ਅੱਗੇ ਪੇਸ਼ ਕੀਤੇ। ਉਹਨਾਂ ਨੇ ਸਾਰੀ ਪੜਤਾਲ ਕੀਤੀ, ਦੇਖ ਕੇ ਵੀ ਜਿਹੜੇ ਬਿਲਿੰਗ ਹੋਈ ਹੈ, ਜਿਹੜੀ ਦਵਾਈ ਆਈ ਗਈ ਹੈ ਔਰ ਜਿਹੜੀ ਜਿਸ ਰੇਟ ਤੇ ਆਈ ਹੈ ਔਰ ਜਿਸ ਰੇਟ ਤੇ ਦਿੱਤੀ ਗਈ ਹੈ ਔਰ ਇਹਦੇ ਵਿੱਚ ਪ੍ਰੋਪਰ ਬਕਾਇਦਾ ਟੈਕਸੇਸ਼ਨ ਹੋਈ ਹੈ, GST ਹੋਈ ਹੈ ਔਰ ਪੂਰਾ ਇੱਕ ਜਿਹੜਾ ਡਿਟੇਲ ਅਸੀਂ ਸਾਰਾ ਉਹਨਾਂ ਨੂੰ ਦੇਤਾ। ਉਹਨਾਂ ਨੇ ਪੂਰੀ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਵੀ ਸਾਰਾ ਕੁਝ ਜੋ ਕਰ ਰਹੇ ਆਪਾਂ ਉਹ ਸਾਰਾ ਠੀਕ ਕਰ ਰਹੇ ਹਾਂ। ਉਹਨਾਂ ਨੇ ਜਦੋਂ ਗਵਰਨਮੈਂਟ ਨਾਲ ਕੰਟਰੈਕਟ ਕੀਤਾ ਤੇ ਉਹਨਾਂ ਨੇ ਰੇਟ ਜਿਹੜਾ ਉਹ ਬਾਜ਼ਾਰ ਦੇ ਰੇਟ ਨਾਲੋਂ ਕਾਫੀ ਸਬਸਿਡਾਈਜ਼ ਰੇਟ ਰੱਖਿਆ ਹੋਇਆ ਔਰ ਕਿਉਂਕਿ ਇਹ ਮੈਡੀਸਨ ਜਿਹੜੀ ਬਾਜ਼ਾਰ ਦੀ ਮੈਡੀਸਨ ਦੇ ਨਾਲ ਮਿਕਸ ਅਪ ਨਾ ਹੋਵੇ, ਇਸ ਕਰਕੇ ਉਹਦੇ ਤੇ ਸਟੈਂਪ ਲਗਾ ਦਿੱਤੀ ਜਾਂਦੀ ਕਿ ਇਹ ਮੈਡੀਸਨ ਨਾਟ ਫॉर ਸੇਲ ਹੈ। ਕਿ ਨਾਟ ਫॉर ਸੇਲ ਮਤਲਬ ਇਹ ਆਮ ਜਨਤਾ ਵਾਸਤੇ, ਆਮ ਸਟੋਰਾਂ ਵਾਸਤੇ ਨਹੀਂ। 6% ਆਪਣੀ ਹੈਂਡਲਿੰਗ ਚਾਰजेस ਉਹ ਵੀ ਗਵਰਨਮੈਂਟ ਨੇ ਅਪਰੂਵ ਕੀਤੇ ਹੋਏ ਆ ਔਰ ਉਸ ਤੋਂ ਇਲਾਵਾ ਸਾਰਾ ਪਾ ਕੇ ਅਸੀਂ ਇਹਨਾਂ ਨੂੰ 1335 ਰੁਪਏ ਦੀ ਇਹ ਮੈਡੀਸਨ ਜਿਹੜੀ ਇੱਕ ਡੱਬੀ ਦੀ ਕਾਸਟ ਕੀਤੀ ਹੈ। ਸੋਸ਼ਲ ਮੀਡੀਆ ਤੇ ਅਕਸਰ ਜਦੋਂ ਕੋਈ ਚੀਜ਼ ਅਪਲੋਡ ਹੁੰਦੀ ਹੈ, ਵੀਡੀਓ ਵਾਇਰਲ ਹੁੰਦੀ ਹੈ, ਤਾਂ ਉਸ ਨੂੰ ਜਾਂਚਿਆ ਜਾਂਦਾ, ਵੇਖਿਆ ਜਾਂਦਾ ਤੇ ਥੱਲੇ ਕਮੈਂਟਿੰਗ ਸ਼ੁਰੂ ਹੋ ਜਾਂਦੀ ਹੈ। ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿੱਥੇ ਕਿ ਗੁਰੂ ਰਾਮਦਾਸ ਹਸਪੀਟਲ ਵੱਲੇ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਕਿ ਜਿੱਥੇ ਕਿ ਇੱਕ ਮਰੀਜ਼ ਜਾਂ ਇੱਕ ਸ਼ਖਸ ਕਹਿ ਰਿਹਾ ਕਿ ਜੋ ਕੈਂਸਰ ਦੀ ਦਵਾਈ ਆ ਉਸ ਦਾ 5,500 ਰੁਪਈਆ ਮੇਰੇ ਕੋਲ ਲਿਆ ਗਿਆ, ਜਦਕਿ ਇਹ ਦਵਾਈ ਸਰਕਾਰ ਵੱਲੋਂ ਫ੍ਰੀ ਆਉਂਦੀ ਹੈ, ਨਾਟ ਫॉर ਸੇਲ ਲਿਖਿਆ ਹੋਇਆ। ਪੂਰਾ ਮਾਮਲਾ ਕੀ ਹੈ, ਸਪਸ਼ਟੀਕਰਨ ਲੈਣ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਮਨਜੀਤ ਸਿੰਘ ਉੱਪਲ। ਉਹਨਾਂ ਨਾਲ ਪੂਰੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਕੀ ਮੁੱਦਾ ਆ, ਕਿਉਂ ਇਸ ਸ਼ਖਸ ਨੇ ਇਸ ਤਰੀਕੇ ਨਾਲ ਵੀਡੀਓ ਪਾਈ ਕਿ ਰਿਐਲਿਟੀ ਦੇ ਵਿੱਚ ਇਹ ਦਵਾਈ ਫ੍ਰੀ ਆਉਂਦੀ, ਤੁਸੀਂ ਪੈਸੇ ਲੈ ਕੇ ਵੇਚਦੇ ਹੋ? ਇਹੋ ਜੀ ਕੋਈ ਗੱਲ ਨਹੀਂ ਹੈ ਜੀ। ਇਹ ਸਭ ਤੋਂ ਪਹਿਲਾਂ ਤੇ ਆਮ ਜਨਤਾ ਨੂੰ, ਜਿਨ੍ਹਾਂ ਨੂੰ ਪਤਾ ਹੈ ਸਾਰਿਆਂ ਨੂੰ ਔਰ ਬਾਕੀਆਂ ਦੀ ਵੀ ਮੈਂ ਨੌਲੇਜ ਵਾਸਤੇ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਕੈਂਸਰ ਪੇਸ਼ੈਂਟ ਦੀ ਸਕੀਮ ਹੈ, ਗਵਰਨਮੈਂਟ ਦੀ ਸਕੀਮ ਹੈ। ਉਹਦੇ ਵਿੱਚ ਜਿਹੜੀ ਵੀ ਦਵਾਈ ਸਾਰੀ ਪਰਚੇਜ਼ ਹੁੰਦੀ ਹੈ, ਉਹ ਗਵਰਨਮੈਂਟ ਦੀ ਲਿਸਟ ਆਉਂਦੀ ਹੈ ਸਾਨੂੰ, ਜਿਹਦੇ ਤੋਂ ਉਹਨਾਂ ਨੇ ਸਾਰਾ ਲਿਖਿਆ ਹੁੰਦਾ ਕਿ ਵੀ ਇਹ ਕੰਪਨੀ ਤੋਂ ਤੁਸੀਂ ਦਵਾਈ ਲੈਣੀ ਔਰ ਉੱਤੇ ਰੇਟ ਵੀ ਫਿਕਸ ਕੀਤੇ ਹੁੰਦੇ ਔਰ ਗਵਰਨਮੈਂਟ ਨੇ ਇਹ ਵੀ ਰੇਟ ਫਿਕਸ ਕੀਤੇ ਹੋਏ ਹੈ ਕਿ ਅਸੀਂ ਵੀ ਜਿਹੜੀ ਪੇਸ਼ੈਂਟ ਨੂੰ ਦਵਾਈ ਦੇਣੀ ਉਹ ਕਿਸ ਰੇਟ ਤੇ ਦੇਣੀ ਹੈ ਔਰ ਉਹਨਾਂ ਉਸ ਰੇਟ ਉੱਤੇ ਬਿਲਿੰਗ ਕਰਕੇ ਅਸੀਂ ਪੇਸ਼ੈਂਟ ਨੂੰ ਉਹ ਮੈਡੀਸਨ ਜਿਹੜੀ ਆ ਬਿਲਕੁਲ ਗਵਰਨਮੈਂਟ ਦੀ ਇੰਸਟਰਕਸ਼ਨਸ ਦੇ ਹਿਸਾਬ ਨਾਲ ਸਾਰਾ ਉਸ ਤਰ੍ਹਾਂ ਚੱਲਦੇ ਆ। ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹਦੇ ਵਿੱਚ ਕੋਈ ਇਹਨਾਂ ਦਾ ਮਿਸਚੀਵੀਅਸ ਮੋਟਿਵ ਦੇ ਨਾਲ ਕੀਤੀ ਗਈ ਹੈ, ਕਿਉਂਕਿ ਇਹ ਪੁਰਾਣਾ ਪੇਸ਼ੈਂਟ ਹੈਗਾ, ਪਹਿਲੀ ਵਾਰੀ ਮੈਡੀਸਨ ਲੈ ਕੇ ਨਹੀਂ ਗਏ ਔਰ ਇਹਨਾਂ ਨੇ ਮਤਲਬ ਪਹਿਲੇ ਮੈਡੀਸਨ ਲੈ ਕੇ ਸਾਰੇ ਤੱਥ ਜਾਣਦੇ ਹੋਏ ਵੀ, ਸਾਰਾ ਦੇਖਦੇ ਹੋਏ ਵੀ ਫਿਰ ਵੀ ਇਹਨਾਂ ਨੇ ਇਹੋ ਜੀ ਮਤਲਬ ਕੰਪਲੇਂਟ ਜਿਹੜੀ ਆ ਉਹਦਾ ਇਸ਼ੂ ਬਣਾ ਕੇ ਇਹਨੂੰ ਛਾਲਿਆ ਜਾ ਰਿਹਾ ਔਰ ਇਹ 'ਚੋਂ ਬੜਾ ਸਪਸ਼ਟ ਹੈਗਾ ਕਿ ਸਿਰਫ ਇੱਕ ਪੋਲੀਟੀਕਲ ਮੋਟਿਵ ਕਰਕੇ ਹੀ ਇਹ ਸਾਰਾ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਵੀ ਇਸ ਸ਼ਖਸ ਨੇ ਕੋਈ ਆ ਕੇ ਤੁਹਾਨੂੰ ਗੱਲਬਾਤ ਕੀਤੀ ਹੈ ਜਾਂ ਤੁਹਾਡੇ ਨਾਲ ਕੋਈ ਕਲੀਅਰ ਕਰਨ ਦੀ ਗੱਲ ਕੀਤੀ ਹੋਵੇ ਕਿ ਮੈਨੂੰ ਇਸ ਤਰੀਕੇ ਨਾਲ ਪਰੇਸ਼ਾਨੀ ਹੋ ਰਹੀ ਹੈ, ਤੰਗ ਹੋ ਰਿਹਾ ਮੈਂ, ਕਿ ਸਿੱਧਾ ਆ ਕੇ ਵੀਡੀਓ ਪਾਤੀ? ਜੀ ਨਹੀਂ, ਸਾਡੇ ਨਾਲ ਕੋਈ ਫਾਰਮਲ ਕੰਪਲੇਂਟ ਨਹੀਂ ਕੀਤੀ ਗਈ, ਨਾ ਹੀ ਕਿਸੇ ਨੂੰ ਇਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਸਿੱਧੀ ਗਵਰਨਮੈਂਟ ਨੂੰ ਕੰਪਲੇਂਟ ਕੀਤੀ ਔਰ ਉਸ ਕੰਪਲੇਂਟ ਤੋਂ ਬਾਅਦ ਡਰੱਗ ਇੰਸਪੈਕਟਰ ਜਿਹੜੇ ਉਸ ਵੇਲੇ ਇੱਥੇ ਆ ਗਏ, ਆ ਕੇ ਉਹਨਾਂ ਨੇ ਇੱਥੇ ਜਦੋਂ ਦੱਸਿਆ ਕਿ ਵੀ ਸਾਨੂੰ ਇਸ ਤਰ੍ਹਾਂ ਕੰਪਲੇਂਟ ਆਈ ਆ, ਅਸੀਂ ਉਹਨਾਂ ਨੂੰ ਸਾਰੇ ਡਾਕੂਮੈਂਟਸ ਉਹਨਾਂ ਦੇ ਅੱਗੇ ਪੇਸ਼ ਕੀਤੇ। ਉਹਨਾਂ ਨੇ ਸਾਰੀ ਪੜਤਾਲ ਕੀਤੀ, ਦੇਖ ਕੇ ਵੀ ਜਿਹੜੇ ਬਿਲਿੰਗ ਹੋਈ ਹੈ, ਜਿਹੜੀ ਦਵਾਈ ਆਈ ਗਈ ਹੈ ਔਰ ਜਿਹੜੀ ਜਿਸ ਰੇਟ ਤੇ ਆਈ ਹੈ ਔਰ ਜਿਸ ਰੇਟ ਤੇ ਦਿੱਤੀ ਗਈ ਹੈ ਔਰ ਇਹਦੇ ਵਿੱਚ ਪ੍ਰੋਪਰ ਬਕਾਇਦਾ ਟੈਕਸੇਸ਼ਨ ਹੋਈ ਹੈ, GST ਹੋਈ ਹੈ ਔਰ ਪੂਰਾ ਇੱਕ ਜਿਹੜਾ ਡਿਟੇਲ ਅਸੀਂ ਸਾਰਾ ਉਹਨਾਂ ਨੂੰ ਦੇਤਾ। ਉਹਨਾਂ ਨੇ ਪੂਰੀ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਵੀ ਸਾਰਾ ਕੁਝ ਜੋ ਕਰ ਰਹੇ ਆਪਾਂ ਉਹ ਸਾਰਾ ਠੀਕ ਕਰ ਰਹੇ ਹਾਂ, ਕਿਸੇ ਕਿਸਮ ਦੀ ਕੋਈ ਵੀ ਕੁਤਾਹੀ ਨਹੀਂ ਹੈਗੀ। ਡਾਕਟਰ ਸਾਹਿਬ, ਇੱਕ ਜੋ ਪੈਕਿੰਗ ਤੇ ਨਾਟ ਫॉर ਸੇਲ ਲਿਖਿਆ ਹੋਇਆ, ਉਹ ਸ਼ਖਸ ਵੀ ਬਾਰ-ਬਾਰ ਕਹਿ ਰਿਹਾ ਕਿ ਇਹ ਜਿਹੜਾ ਪੈਸਾ ਆ ਰਿਹਾ ਇਹ ਸੰਗਤਾਂ ਦਾ, ਇਹ ਇਸ ਤਰੀਕੇ ਨਾਲ, ਇਹ ਕੁਝ ਸੱਚਾਈ ਵੀ ਹੈ ਇਸ ਗੱਲ ਦੇ ਵਿੱਚ ਜਾਂ ਸਿਰਫ ਇੱਕ ਫੁਟੇਜ ਖਾਣ ਦੇ ਲਈ ਜਾਂ ਮੀਡੀਆ ਨੂੰ ਵਾਇਰਲ ਕਰਨ ਦੇ ਵਾਸਤੇ ਜਾਂ ਆਪਣਾ ਆਪ ਦਿਖਾਉਣ ਵਾਸਤੇ ਕਿ ਹਾਂ ਮੈਂ ਵੀ ਕੁਝ ਹੈਗਾ ਆ? ਇਹ ਸ਼ਖਸ ਹੈ ਜੋ ਪੈਕਿੰਗ ਫੜ ਕੇ ਖੜਾ, ਦਵਾਈ ਕਿੰਨੀ ਲੈ ਕੇ ਗਿਆ, ਇੱਕ ਡੱਬੀ ਦਾ ਰੇਟ ਕਿੰਨਾ ਆ ਤੇ ਨਾਟ ਫॉर ਸੇਲ ਲਿਖਿਆ ਹੋਇਆ, ਸਾਰਾ ਮਾਮਲਾ ਕੀ ਹੈ? ਨਾਟ ਫॉर ਸੇਲ ਇਸ ਕਰਕੇ ਲਿਖਿਆ ਹੁੰਦਾ ਜੀ ਇਹ ਡੱਬੀ ਦੇ ਉੱਤੇ ਕਿ ਇਹ ਜਿਹੜੀਆਂ ਦਵਾਈਆਂ ਹੈਗੀਆਂ ਇਹਨਾਂ ਦਾ ਬੈਚ ਵੱਖਰਾ ਹੁੰਦਾ। ਜਦੋਂ ਵੀ ਕਿਸੇ ਫੈਕਟਰੀ ਦੇ ਵਿੱਚ ਵੱਡੀਆਂ ਕੰਪਨੀਆਂ ਜਦੋਂ ਦਵਾਈ ਪ੍ਰੋਡਿਊਸ ਕਰਦੀਆਂ, ਉਹਨਾਂ ਨੇ ਜਦੋਂ ਗਵਰਨਮੈਂਟ ਨਾਲ ਕੰਟਰੈਕਟ ਕੀਤਾ ਤੇ ਉਹਨਾਂ ਨੇ ਰੇਟ ਜਿਹੜਾ ਉਹ ਬਾਜ਼ਾਰ ਦੇ ਰੇਟ ਨਾਲੋਂ ਕਾਫੀ ਸਬਸਿਡਾਈਜ਼ ਰੇਟ ਰੱਖਿਆ ਹੋਇਆ ਔਰ ਕਿਉਂਕਿ ਇਹ ਮੈਡੀਸਨ ਜਿਹੜੀ ਬਾਜ਼ਾਰ ਦੀ ਮੈਡੀਸਨ ਦੇ ਨਾਲ ਮਿਕਸ ਅਪ ਨਾ ਹੋਵੇ, ਇਸ ਕਰਕੇ ਉਹਦੇ ਤੇ ਸਟੈਂਪ ਲਗਾ ਦਿੱਤੀ ਜਾਂਦੀ ਕਿ ਇਹ ਮੈਡੀਸਨ ਨਾਟ ਫॉर ਸੇਲ ਹੈ। ਕਿ ਨਾਟ ਫॉर ਸੇਲ ਮਤਲਬ ਇਹ ਆਮ ਜਨਤਾ ਵਾਸਤੇ, ਆਮ ਸਟੋਰਾਂ ਵਾਸਤੇ ਨਹੀਂ ਹੈਗੀ, ਸਿਰਫ ਐਕਸਕਲੂਸਿਵਲੀ ਗਵਰਨਮੈਂਟ ਵਾਸਤੇ ਹੀ ਬਣੀ ਹੈ ਔਰ ਜਿੰਨਾ ਆਰਡਰ ਗਵਰਨਮੈਂਟ ਨੇ ਦਿੱਤਾ ਉਹ ਸਾਰਾ ਗਵਰਨਮੈਂਟ ਨੇ ਚੁੱਕ ਕੇ ਜਿਹੜੇ ਉਹਨਾਂ ਦੇ ਸੈਂਟਰਸ, ਅਪਰੂਵਡ ਸੈਂਟਰਸ ਹੈ, ਉੱਥੇ ਮੈਡੀਸਨ ਜਿਹੜੀ ਅਸੀਂ ਯੂਜ਼ ਕਰਦੇ ਹਾਂ।
ਇਸ ਕਰਕੇ ਇਹਦੇ ਤੇ ਨਾਟ ਫॉर ਸੇਲ ਲਿਖਿਆ ਹੁੰਦਾ ਔਰ ਇਹ ਨਹੀਂ ਮਤਲਬ ਹੈ ਕਿ ਵੀ ਇਹ ਦਵਾਈ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਸੇਲ ਕਰਕੇ ਵੀ ਜਿਹੜੀ ਅਸੀਂ ਬਿਲਿੰਗ ਕੀਤੀ ਹੈ ਤੁਹਾਡੇ ਕੋਲ ਸਾਰੇ ਬਿੱਲ ਵਗੈਰਾ ਸਾਰੇ ਡਾਕੂਮੈਂਟਸ ਤੁਹਾਨੂੰ ਦਿਖਾ ਦਿੰਦੇ ਆ ਔਰ ਉਹਦੇ ਵਿੱਚ ਜੋ ਜੋ ਬਿਲਿੰਗ ਕੀਤੀ ਗਈ ਐਗਜ਼ੈਕਟਲੀ ਅਕੋਰਡਿੰਗ ਟੂ ਗਵਰਨਮੈਂਟ ਇੰਸਟਰਕਸ਼ਨਸ ਕੀਤੀ ਗਈ। ਔਰ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਦਵਾਈ ਦੀ ਗੱਲ ਕਰ ਰਹੇ ਹੈ, ਇਹ ਦਵਾਈ ਜਿਹੜੀ ਹੈ ਬਾਹਰ ਜੇ ਅਸੀਂ ਪ੍ਰਾਈਵੇਟ ਚੋਂ ਕਿਸੇ ਤੋਂ ਲੈਂਦੇ ਆ ਮੈਡੀਸਨ, ਕਿਸੇ ਵੀ ਦੂਜੀ ਆਮ ਸ਼ਾਪ ਤੋਂ ਲੈਂਦੇ ਆ ਤਾਂ ਤਕਰੀਬਨ 1900-2000 ਦੀ ਇਹ ਮੈਡੀਸਨ ਹੈਗੀ, ਇੱਕ ਡੱਬੀ 30 ਗੋਲੀਆਂ ਦੀ ਹੈ, ਟੈਬਲੇਟ ਦੀ ਇੱਕ ਪੈਕਿੰਗ ਹੈਗੀ ਹੈ। ਔਰ ਅਸੀਂ ਜਿਹੜੀ ਹੈ ਗਵਰਨਮੈਂਟ ਜਿਹੜੀ ਹੈ ਉਹ 1200 ਰੁਪਏ ਦੇ ਉੱਤੇ ਇਹਨਾਂ ਨੇ ਰੇਟ ਕੰਟਰੈਕਟ ਕਰਕੇ ਲਿੱਤਾ ਕੰਪਨੀ ਤੋਂ। ਅਸੀਂ ਉਹਦੇ ਤੇ 1260 ਰੁਪਏ ਪਲੱਸ ਟੈਕਸ 6% ਆਪਣੀ ਹੈਂਡਲਿੰਗ ਚਾਰजेस ਉਹ ਵੀ ਗਵਰਨਮੈਂਟ ਨੇ ਅਪਰੂਵ ਕੀਤੇ ਹੋਏ ਆ ਔਰ ਉਸ ਤੋਂ ਇਲਾਵਾ ਸਾਰਾ ਪਾ ਕੇ ਅਸੀਂ ਇਹਨਾਂ ਨੂੰ 1335 ਰੁਪਏ ਦੀ ਇਹ ਮੈਡੀਸਨ ਜਿਹੜੀ ਇੱਕ ਡੱਬੀ ਦੀ ਕਾਸਟ ਕੀਤੀ ਹੈ। ਇਹਨਾਂ ਨੇ 4 ਡੱਬੀਆਂ ਲਈਆਂ, ਨਾਲ ਹੋਰ ਵੀ ਮੈਡੀਸਨ ਲਈ ਹੈ। ਟੋਟਲ ਕਾਸਟ ਇਹਨਾਂ ਨੇ 5000 ਸਮਥਿੰਗ ਜਿਹੜੀ ਹੈ ਦੱਸੀ ਹੈ। ਉਹ ਇੱਕ ਟੈਬਲੇਟ ਦੀ ਨਹੀਂ ਕਾਸਟ ਹੈਗੀ, ਉਹ ਸਾਰੀ ਮੈਡੀਸਨ ਟੋਟਲ ਮੈਡੀਸਨ ਦੀ ਕਾਸਟ ਹੈਗੀ ਹੈ। ਲਗਾਤਾਰ ਡਾਕਟਰ ਸਾਹਿਬ ਇਹੀ ਜਿਹੜੀ ਸੰਸਥਾ ਹੈ, ਇਹੀ ਜਿਹੜਾ ਹਸਪੀਟਲ ਆ, ਬਾਰ-ਬਾਰ ਕਿਉਂ ਸੁਰਖੀਆਂ ਦੇ ਵਿੱਚ ਆ ਜਾਂਦਾ, ਬਾਰ-ਬਾਰ ਕਿਉਂ ਆਲੋਚਨਾ ਦੇ ਵਿੱਚ ਆ ਜਾਂਦਾ, ਕਾਰਨ ਕੀ ਹੈ? देखो जी इस चीज़ बारे तो कोई अंदाज़ा लगाना कोई बहुता औखा नहीं है। हर कोई समझ सकता है कि भी ये क्यों साढ़े बारे इस तरह किया जाता है, क्योंकि ये पिछे पोलीटिकल मोटिवेशन ही हैगी है, होर ये कोई दूसरा परपज़ हो ही नहीं सकता। पछाण हुई वो बंदे दी बिल्कुल जी, उन्होंने नाम भी पता हैगा, पहचान भी हैगी है और उन्हें प्रॉपर फॉर्मल कंप्लेंट की है और जो भी वो कार्रवाई करनी बनती सी डिपार्टमेंटल गवर्नमेंट वालों उन्होंने कर ली है और सारा उन्होंने प्रोसीजर जोड़ा उन्होंने फॉलो कर लिया। साढ़े उत्ते किसी भी किस्म की कोई भी गलती उन्होंने नहीं मिली तो ना ही असी कोई यहो जी कर रहे हैं, क्योंकि ये जड़ा सारा ट्रीटमेंट की कॉस्ट है, क्योंकि गवर्नमेंट की सारी हैगी है स्कीम, ये साड़ी किसी भी किस्म की कोई अपनी मनमर्जी असी नहीं कर सकते। सो उस तो बाद उस शख्स ने कोई फ़ोन किया ਜਾਂ ਕੋਈ ਕੰਪਲੇਂਟ ਭੇਜੀ ਹੋਵੇ ਹੋਰ ਉਸ ਤੋਂ ਬਾਅਦ ਜਾਂ ਕੋਈ ਕਿਹਾ ਹੋਵੇ ਕਿ ਅਸੀਂ ਬਾਹਰ ਆ ਕੇ ਵਿਰੋਧ ਵੀ ਕਰਾਂਗੇ ਜਾਂ ਬਾਕੀ ਹੋਰ ਮਰੀਜ਼ਾਂ ਨੂੰ ਭੜਕਾਇਆ ਹੋਵੇ? मेरी नॉलेज तो इस तरह की कोई गल नहीं है जी। बाकी जो आने वाले समय में यहो जे कोई स्टैप करते हैं तो असी भी मतलब क्योंकि साड़ी संस्था जो सारे डॉक्टर्स और बाकी सारे जोड़े इतने इंपलॉइज़ ने उन्होंने इस चीज़ बारे यहो जे वीडियो वेख के बहुत वड्डा एक सदमा लगता है, बहुत वड्डा दिल में धक्का लगता है, बड़ी ठेस पहुँचती है और असी इस चीज़ को करने वास्ते कवर करने वास्ते भी और इस चीज़ का जवाब देने वास्ते असी पूरी कानूनी कार्रवाई डेफेमेशन का इन्हों के केस असी फाइल कर रहे हैं और उस चीज़ की पूरी प्लैनिंग हैगी। पूरी जो इस संस्था के नाम ਨੂੰ ਅਕਸ ਨੂੰ ਕੋਈ ਢਾਹ ਲਾਉਣ ਦੀ ਕੋਸ਼ਿਸ਼ ਹੋਈ ਹੈ, ਉਸ ਤੋਂ ਚੱਲਦਿਆਂ ਤੁਸੀਂ ਕਾਨੂੰਨੀ ਲੜਾਈ ਲੜਨ ਦੀ ਠਾਣ ਲਈ ਹੈ। ਲੜੋਗੇ ਤੇ ਲੰਬੀ ਲੜਾਈ ਲੜੋਗੇ ਜੇ ਕੋਈ ਹੋਰ ਵੀ ਉੱਠ ਕੇ ਅਕਸਰ, ਕਿਉਂਕਿ ਵੀਡੀਓ ਕੋਈ ਵੀ ਪੈ ਜਾਂਦੀ ਆ ਅਧੂਰਾ ਗਿਆਨ ਜਾਂ ਕੁਝ ਕਹਿ ਦਈਏ, ਜਿੰਨੀ ਵੀ ਅਸੀਂ ਦੂਰੋਂ ਕੋਈ ਚੀਜ਼ ਦੇਖਦੇ ਹਾਂ ਉਸ ਦੇ ਅਕੋਰਡਿੰਗ ਕੋਈ ਵੀ ਬੰਦਾ ਆਪਣਾ ਪੱਖ ਰੱਖ ਦਿੰਦਾ। ਸੋ ਲਗਾਤਾਰ ਕਾਫੀ ਲੋਕ ਇਸ ਤਰੀਕੇ ਨਾਲ ਕਰ ਦਿੰਦੇ ਨੇ, ਪਰ ਜੋ ਇਸ ਸੰਸਥਾ ਦੇ ਨਾਲ ਹੋਇਆ ਉਸ ਤੋਂ ਬਾਅਦ ਜਿਹੜੀ ਲੜਾਈ ਲੜੋਗੇ ਕਾਨੂੰਨੀ, ਸੋ ਇਹ ਸਾਰਿਆਂ ਨੇ ਫੈਸਲਾ ਲਿਆ ਜਿਸ ਤਰੀਕੇ ਦਾ ਜੋ ਘਟਨਾ ਹੋਈ। देखो जी, एक गल तो बड़ी क्लीयर हैगी कि यह संस्था जी हैगी किसी की परसनल संस्था नहीं, साढ़े चो किसी की भी असी सारे इतने इंपलॉइज़ एज ए टीम काम करते हैं और ये किसी का कोई परसनल मोटिव कोई है ही नहीं है। और ये जे तुसी सारे तत्थ जानते ही हो कि भी सारे इस तरह कंप्लेंट हुई, वो वेरीफिकेशन हुई, गवर्नमेंट ने अपनी सारी एक्टिविटी की और सारा कुछ करके ये सारा कुछ देखने के बावजूद बंदे ने कन्विंसिंगली देख लिया कि भी ये कोई कोताही नहीं हुई, कोई ये गड़बड़ नहीं हुई, वो बावजूद भी जे सारा कुछ जानने तो बाद जो बंदे ने वीडियो वायरल किया है तो तुसी इत्थों आप ही अंदाज़ा लगा सकते हो कि उसकी इंटेंशन की हैगी। ਸੋ ਇਹ ਅਸੀਂ ਗੱਲ ਕੀਤੀ ਡਾਕਟਰ ਮਨਜੀਤ ਸਿੰਘ ਉੱਪਰ ਹੋਰਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮਾਮਲਾ ਭਖਿਆ ਸੀਗਾ, ਜਿਸ ਮਾਮਲੇ ਨੂੰ ਹੋਰ ਅੱਗੇ ਵਾਇਰਲ ਕੀਤਾ ਜਾ ਰਿਹਾ ਹਰ ਪਾਸਿਓਂ, ਜਿੱਥੇ ਕਹਿ ਦਈਏ ਗੱਲ ਹੁੰਦੀ ਕਿ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਇਹ ਮਾਮਲਾ ਹੋ ਗਿਆ, ਇਸ ਤਰੀਕੇ ਦੇ ਨਾਲ ਲੋਕ ਪੈਸੇ ਲੈਂਦੇ ਨੇ, ਇਸ ਤਰੀਕੇ ਨਾਲ ਦਵਾਈ ਵੱਧ ਰੇਟ ਤੇ ਮਿਲਦੀ ਹੈ। ਜੋ ਮਾਮਲਾ ਜੋ ਸਪਸ਼ਟੀਕਰਨ ਰੱਖਿਆ ਅੱਗੇ ਕਿ ਸਾਨੂੰ ਜੋ ਸਰਕਾਰ ਨੇ ਹੁਕਮ ਦਿੱਤੇ ਨੇ, ਸਰਕਾਰਾਂ ਦੇ ਅਕੋਰਡਿੰਗ ਅਸੀਂ ਚੱਲਦੇ ਹਾਂ, ਜੋ ਸਾਨੂੰ ਦਵਾਈ ਮਿਲੀ ਉਸੇ ਰੇਟ ਤੇ ਦਿੱਤੀ ਜਾ ਰਹੀ ਹੈ, ਸਾਡੇ ਕੋਲ ਇੱਕ ਇੱਕ ਚੀਜ਼ ਦਾ ਪ੍ਰੂਫ ਪਿਆ। ਹੁਣ ਦੇਖਦੇ ਹਾਂ ਕਿ ਇਸ ਵੀਡੀਓ ਤੋਂ ਬਾਅਦ ਕਿ ਉਸ ਸ਼ਖਸ ਦੇ ਕੰਨਾਂ ਤੱਕ ਗੱਲ ਪਹੁੰਚਦੀ ਹੈ ਤੇ ਉਹ ਅੱਗੇ ਕੀ ਕੂਚ ਕਰਦਾ, ਕਿਉਂਕਿ ਫਿਲਹਾਲ ਇਸ ਸੰਸਥਾ ਨੇ ਤਾਂ ਆਪਣਾ ਫੈਸਲਾ ਲਿਆ ਕਿ ਅਸੀਂ ਅੱਗੋਂ ਕਾਨੂੰਨੀ ਲੜਾਈ ਲੜਾਂਗੇ। ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ, ਜਗਬਾਨੀ ਟੀਵੀ, ਅੰਮ੍ਰਿਤਸਰ।